ਇਹਨਾਂ ਦਿਨਾਂ ਵਿੱਚ ਜੇ ਵੀਡੀਓ ਬਣਾਉਣਾ ਹੋਵੇ, ਕੋਈ ਐਪੀਸੋਡ ਬਣਾਉਣਾ ਹੋਵੇ ਜਾਂ ਕੋਈ ਵੀ ਹੋਰ ਗੱਲ ਕਰਨੀ ਹੋਵੇ ਤਾਂ ਇੱਕੋ ਹੀ ਵਿਸ਼ਾ ਸਭ ਦੀ ਜ਼ੁਬਾਨ ਉੱਤੇ ਚੱਲ ਰਿਹਾ ਹੈ। ਜਿਸ ਦੀ ਵੀ ਜ਼ਮੀਰ ਜਾਗਦੀ ਹੈ ਉਹ ਇਹੋ ਗੱਲ ਕਰਦਾ ਹੈ ਕਿ ਕਿਸਾਨ ਅੰਦੋਲਨ ਦਾ ਹੁਣ ਕੀ ਬਣੂਗਾ, ਕਿ ਕਿਸਾਨ ਅੰਦੋਲਨ ਜਿੱਤੂਗਾ, ਗੱਲ ਬਣੂਗੀ। ਸੋ ਕਿਸਾਨ ਅੰਦੋਲਨ ਸੰਬੰਧੀ ਸਾਡੇ ਪਿਛਲੇ ਐਪੀਸੋਡ ਤੋਂ ਲੈ ਕੇ ਅੱਜ ਤੱਕ ਹੁਣ ਤੱਕ ਕੀ ਕੁਝ ਬਦਲਾਅ ਆਇਆ ਹੈ, ਨਵੀਂ ਗੱਲ ਕਿਹੜੀ ਹੋਈ ਹੈ, ਅੱਜ ਦੇ ਐਪੀਸੋਡ ਵਿੱਚ ਇਹਦੀ ਚਰਚਾ ਕਰਾਂਗੇ। ਅਤੇ ਨਾਲ ਦੀ ਨਾਲ ਇੱਕ ਨਵੀਂ ਜਾਣਕਾਰੀ ਵੀ ਤੁਹਾਨੂੰ ਦੇਵਾਂਗੇ। ਇੱਕ ਨਵੀਂ ਸਾਜ਼ਿਸ਼ ਹੋ ਰਹੀ ਹੈ ਪੰਜਾਬ ਅੰਦਰ ਕਿਸਾਨਾਂ ਦੀਆਂ ਜ਼ਮੀਨਾਂ ਸੰਬੰਧੀ। ਇਹ ਜਾਣਕਾਰੀ ਹੁਣ ਤੱਕ ਕਿਸੇ ਵੀ ਚੈਨਲ ਨੇ ਜਾਂ ਕਿਸੇ ਵੀ ਹੋਰ ਥਾਂ ਉੱਤੇ ਤੁਸੀਂ ਨਹੀਂ ਸੁਣੀ ਹੋਊਗੀ। ਬਿਲਕੁਲ ਨਵੀਂ ਸਾਜ਼ਿਸ਼ ਹੈ ਜੋ ਅਸੀਂ ਲੱਭ ਕੇ ਲਿਆਂਦੀ ਹੈ ਪੰਜਾਬ ਦੇ ਪਿੰਡਾਂ ਵਿੱਚੋਂ। ਇਹ ਵੀ ਤੁਹਾਨੂੰ ਅੱਜ ਦੇ ਐਪੀਸੋਡ ਵਿੱਚ ਦੱਸਾਂਗੇ, ਇਸ ਲਈ ਅੱਜ ਦਾ ਪ੍ਰੋਗਰਾਮ ਧਿਆਨ ਨਾਲ ਜ਼ਰੂਰ ਵੇਖਿਓ। ਪਹਿਲੀ ਗੱਲ ਇਹ ਹੈ ਕਿ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ, ਦਿਨ ਲੰਘਦੇ ਜਾ ਰਹੇ ਨੇ, ਕਿਸਾਨ ਅੰਦੋਲਨ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਇਹਦਾ ਘੇਰਾ ਵੱਧਦਾ ਜਾ ਰਿਹਾ ਹੈ। ਕਿਸੇ ਵੀ ਅੰਦੋਲਨ ਦੀ ਸਫਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਹਨੂੰ ਲੋਕਾਂ ਦਾ ਕਿੰਨਾ ਅਤੇ ਕਿਹੋ ਜਿਹਾ ਸਮਰਥਨ ਮਿਲਦਾ ਹੈ। ਇਸ ਕਿਸਾਨ ਅੰਦੋਲਨ ਨੂੰ ਲੋਕਾਂ ਦਾ ਵੱਡੇ ਪੱਧਰ ਉੱਤੇ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਲੋਕੀ ਇਸ ਅੰਦੋਲਨ ਵੱਲ ਖਿੱਚੇ ਆ ਰਹੇ ਆ, ਲੋਕਾਂ ਵਿੱਚ ਖਿੱਚ ਪੈ ਰਹੀ ਹੈ ਕਿ ਉਹ ਦੇਖਣਾ ਚਾਹੁੰਦੇ ਆ ਕਿ ਉੱਥੇ ਦਿੱਲੀ ਵਿੱਚ ਕਿਸਾਨਾਂ ਨੇ ਕਿਵੇਂ ਮੋਰਚਾ ਲਾਇਆ ਹੋਇਆ, ਕਿਵੇਂ ਇੰਨੀ ਠੰਡ ਦੇ ਵਿੱਚ ਵੀ ਉੱਥੇ ਡਟੇ ਹੋਏ ਨੇ। ਇਸ ਅੰਦੋਲਨ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਲੋਕ ਇਹ ਵੇਖਣ ਲਈ ਬੇਹੱਦ ਉਤਾਵਲੇ ਨੇ ਕਿ ਕਿਸਾਨ ਅੰਦੋਲਨ ਇੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਨਾ ਤਾਂ ਕੋਈ ਭੰਨਤੋੜ ਹੋਈ, ਨਾ ਕੋਈ ਸਾੜ ਫੂਕ ਹੋਈ, ਨਾ ਕਿਸੇ ਕਿਸਮ ਦੀ ਕੋਈ ਹਿੰਸਾ, ਨਾ ਜ਼ੋਰ ਜ਼ਬਰਦਸਤੀ, ਸਾਰਾ ਕੁਝ ਦ੍ਰਿੜ ਹੌਸਲੇ ਦੇ ਨਾਲ ਕੀਤਾ ਗਿਆ। ਨਹੀਂ ਤਾਂ ਤੁਸੀਂ ਵੇਖਿਆ ਹੈ, ਇੰਡੀਆ ਦਾ ਇਤਿਹਾਸ ਇਹ ਕਹਿੰਦਾ, ਇੰਡੀਆ ਦਾ ਰੁਝਾਨ ਇਹ ਕਹਿੰਦਾ ਕਿ ਇਸ ਦੇਸ਼ ਵਿੱਚ ਜੇਕਰ 1 ਘੰਟੇ ਦਾ ਵੀ ਕਿਸੇ ਨੇ ਧਰਨਾ ਪ੍ਰਦਰਸ਼ਨ ਕੁਝ ਕਰਨਾ ਹੋਵੇ ਤਾਂ ਕਈ ਤਰ੍ਹਾਂ ਦੀ ਹਿੰਸਾ ਹੋ ਹੀ ਜਾਂਦੀ ਹੈ। ਕਿਤੇ ਕੋਈ ਟਾਇਰਾਂ ਨੂੰ ਅੱਗ ਲਾ ਦਿੰਦਾ ਹੈ, ਕਿਸੇ ਹੋਰ ਭੰਨਤੋੜ ਹੁੰਦੀ ਹੈ, ਬੱਸਾਂ ਤੇ ਹੋਰ ਗੱਡੀਆਂ ਦੀ ਭੰਨਤੋੜ ਕਰ ਦਿੱਤੀ ਜਾਂਦੀ ਹੈ। ਪਰ ਇਸ ਅੰਦੋਲਨ ਵਿੱਚ ਇਹੋ ਜਿਹਾ ਕੁਝ ਨਹੀਂ ਹੋਇਆ, ਸ਼ਾਂਤੀਪੂਰਵਕ ਅੰਦੋਲਨ ਹੋਇਆ ਅਤੇ ਇੰਨਾ ਵੱਡਾ ਦਬਾਅ ਇਸੇ ਅੰਦੋਲਨ ਨੇ ਬਣਾ ਦਿੱਤਾ ਹੈ। ਇਹੀ ਚੀਜ਼ ਲੋਕਾਂ ਨੂੰ ਖਿੱਚ ਰਹੀ ਹੈ ਕਿ ਉਹ ਦੇਖਣਾ ਚਾਹੁੰਦੇ ਆ ਕਿ ਕਿਸਾਨਾਂ ਨੇ ਇੰਨੀ ਸਫਲਤਾ ਵਾਲਾ ਅੰਦੋਲਨ ਹੁਣ ਤੱਕ ਕਿਵੇਂ ਚਲਾਇਆ ਹੈ। ਇਸ ਲਈ ਲੋਕ ਹੁਣ ਇਸ ਅੰਦੋਲਨ ਨਾਲ ਜੁੜਨੇ ਸ਼ੁਰੂ ਹੋ ਗਏ। ਉਹਨਾਂ ਨੂੰ ਵੀ ਸਮਝ ਆ ਗਈ ਹੈ ਕਿ ਕਿਸਾਨ ਆਪਣੀਆਂ ਮੰਗਾਂ ਲਈ ਤਾਂ ਲੜ ਹੀ ਰਿਹਾ, ਨਾਲ ਦੀ ਨਾਲ ਦੇਸ਼ ਦੀ ਆਮ ਜਨਤਾ ਦੇ ਭਵਿੱਖ ਲਈ ਵੀ ਲੜ ਰਿਹਾ ਹੈ। ਸਾਡੇ ਦੇਸ਼ ਦਾ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਸਾਡੇ ਦੇਸ਼ ਵਿੱਚ ਜਦੋਂ ਵੀ ਕੋਈ ਇਹੋ ਜਿਹਾ ਅੰਦੋਲਨ ਵੱਡੇ ਪੱਧਰ ਉੱਤੇ ਵੱਧਦਾ ਵਿਖਾਈ ਦਿੱਤਾ ਤਾਂ ਸਰਕਾਰਾਂ ਨੇ, ਹਕੂਮਤਾਂ ਨੇ ਅੰਦੋਲਨ ਨੂੰ ਤੋੜਨ ਦੀ, ਉਹਦੇ 'ਚ ਫੁੱਟ ਪਾਉਣ ਦੀ, ਉਹਨੂੰ ਬਦਨਾਮ ਕਰਨ ਦੀ, ਲੋਕ ਮਨਾਂ ਦੇ ਵਿੱਚੋਂ ਬਾਹਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਬਹੁਤੀ ਵਾਰ ਹਕੂਮਤਾਂ ਕਾਮਯਾਬ ਹੁੰਦੀਆਂ ਰਹੀਆਂ ਨੇ। ਪਰ ਐਤਕੀ ਹਕੂਮਤਾਂ ਦੀ ਕੋਈ ਚਾਲ ਜਾਂ ਕੋਈ ਅਜਿਹੀ ਨੀਤੀ ਚੱਲੀ ਨਹੀਂ ਹੁਣ ਤੱਕ। ਬਹੁਤੀ ਵਾਰ ਹਕੂਮਤਾਂ ਨੇ ਆਪਣੇ ਬੰਦੇ ਵਾੜ ਕੇ ਅੰਦੋਲਨ ਦੇ ਵਿੱਚ ਜਾਂ ਸੰਘਰਸ਼ ਦੇ ਵਿੱਚ ਗੜਬੜ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਅਤੇ ਐਤਕੀ ਵੀ ਹੋ ਸਕਦੀ ਹੈ, ਪਰ ਹਾਲੇ ਤੱਕ ਇਹਦਾ ਕੋਈ ਅਸਰ ਨਹੀਂ ਹੋਇਆ ਅਤੇ ਅੰਦੋਲਨ ਲਗਾਤਾਰ ਚੜ੍ਹਦੀ ਕਲਾ ਨਾਲ ਅੱਗੇ ਵੱਧਦਾ ਜਾ ਰਿਹਾ ਅਤੇ ਇਸੇ ਕਰਕੇ ਸਰਕਾਰ ਉੱਤੇ ਲਗਾਤਾਰ ਦਬਾਅ ਬਣ ਰਿਹਾ ਹੈ। ਸਰਕਾਰ ਦੇ ਨਾਲ ਕਿਸਾਨਾਂ ਦੀ ਗੱਲਬਾਤ ਇਸ ਵੇਲੇ ਤੱਕ ਤਾਂ ਬੰਦ ਪਈ ਹੈ, ਗੱਲਬਾਤ ਨਹੀਂ ਹੋ ਰਹੀ। ਉਹਦਾ ਕਾਰਨ ਮੁੱਖ ਤੌਰ 'ਤੇ ਇਹੀ ਹੈ ਕਿ ਕਿਸਾਨ 5 ਵਾਰੀ ਸਰਕਾਰ ਦੇ ਨਾਲ ਟੇਬਲ ਉੱਤੇ ਬੈਠ ਕੇ ਵੇਖ ਚੁੱਕੇ ਆ। ਸਰਕਾਰ ਨੇ ਸਿਵਾਏ ਉਹਨਾਂ ਨੂੰ ਸਮਝਾਉਣ ਤੋਂ ਜਾਂ ਆਪਣੇ ਕਾਨੂੰਨ ਦੇ ਫਾਇਦੇ ਦੱਸਣ ਤੋਂ ਜਾਂ ਕੁਝ ਸੰਸ਼ੋਧਨ, ਕੁਝ ਸੋਧਾਂ ਕਰਨ ਤੋਂ ਇਲਾਵਾ ਹੋਰ ਕੋਈ ਪ੍ਰਸਤਾਵ ਨਹੀਂ ਰੱਖਿਆ। ਕਾਨੂੰਨ ਵਾਪਸ ਲੈਣ ਬਾਰੇ ਉਹਨਾਂ ਨੇ ਕੋਈ ਹਾਮੀ ਨਹੀਂ ਭਰੀ, ਸਗੋਂ ਕਹਿੰਦੇ ਆ ਕਿ ਕਾਨੂੰਨ ਕਿਸੇ ਵੀ ਕੀਮਤ ਉੱਤੇ ਵਾਪਸ ਨਹੀਂ ਲਿਆ ਜਾਊਗਾ, ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਕਰਵਾਉਣਾ ਹੀ ਉਹਨਾਂ ਦੀ ਪਹਿਲੀ ਮੰਗ ਹੈ। ਅਜਿਹੇ ਵਿੱਚ ਗੱਲਬਾਤ ਦੀ ਕੋਈ ਵਾਲੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਦੇ ਬਾਵਜੂਦ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਰਸਮੀ ਤੌਰ ਉੱਤੇ ਸੱਦਾ ਮਿਲਦਾ ਤਾਂ ਉਹ ਗੱਲਬਾਤ ਕਰਨ ਲਈ ਵੀ ਤਿਆਰ ਨੇ, ਪਰ ਉਹਨਾਂ ਦੀ ਪਹਿਲੀ ਮੰਗ ਇਹੀ ਹੋਊਗੀ ਕਿ ਕਾਨੂੰਨ ਵਾਪਸ ਲਏ ਜਾਣ। ਹੁਣ ਸਰਕਾਰ ਦੀ ਕਿਸਾਨਾਂ ਦੇ ਨਾਲ ਗੱਲਬਾਤ ਬੰਦ ਪਈ ਹੈ। ਅਜਿਹੇ ਵਿੱਚ ਸਰਕਾਰ ਆਪਣੀ ਗੱਲ ਮੀਡੀਆ ਦੇ ਰਾਹੀਂ ਜਾਰੀ ਕਰ ਰਹੀ ਹੈ। ਸਰਕਾਰ ਮੀਡੀਆ ਰਾਹੀਂ ਬਿਆਨਬਾਜ਼ੀ ਕਰ ਰਹੀ ਹੈ, ਜਿਹਦੇ ਵਿੱਚ ਉਹ ਕਿਸਾਨਾਂ ਨੂੰ ਕਦੀ ਅੰਦੋਲਨ ਖਤਮ ਕਰਨ ਲਈ ਕਹਿੰਦੇ ਆ, ਕਦੀ ਕਹਿੰਦੇ ਆ ਕਿ ਅਸੀਂ ਗੱਲਬਾਤ ਕਰਾਂਗੇ, ਅਤੇ ਹੁਣ ਤਾਂ ਇਹ ਵੀ ਕਹਿਣ ਲੱਗ ਪਏ ਆ ਕਿ ਕਿਸਾਨਾਂ ਦੇ ਪ੍ਰਮੁੱਖ ਮੰਗਾਂ ਵਿੱਚੋਂ ਇੱਕ MSP ਘੱਟੋ ਘੱਟ ਸਮਰਥਨ ਮੁੱਲ, ਮਿਨੀਮਮ ਸਪੋਰਟ ਪ੍ਰਾਈਸ ਜੋ ਫਸਲਾਂ ਉੱਪਰ ਦਿੱਤਾ ਜਾਂਦਾ ਹੈ, ਉਹਨੂੰ ਉਹ ਕਹਿੰਦੇ ਆ ਕਿ ਲਿਖਤੀ ਰੂਪ ਵਿੱਚ ਅਸੀਂ ਦੇਣ ਨੂੰ ਤਿਆਰ ਹਾਂ ਕਿ MSP ਜਾਰੀ ਰਹੂਗੀ। ਹੁਣ ਇਹਦੇ ਵਿੱਚ ਵੀ ਬਹੁਤ ਵੱਡੀ ਚਲਾਕੀ ਖੇਡੀ ਜਾ ਰਹੀ ਹੈ। ਸਰਕਾਰ ਇਹ ਤਾਂ ਕਹਿ ਰਹੀ ਆ ਕਿ MSP ਜਾਰੀ ਰਹੂਗੀ, ਪਰ ਇਹ ਨਹੀਂ ਲਿਖ ਕੇ ਦੇਣ ਨੂੰ ਤਿਆਰ ਕਿ ਇਹ MSP ਕਿਹਦੇ ਉੱਪਰ ਜਾਰੀ ਰਹੂਗੀ।
ਸਰਕਾਰੀ ਮੰਡੀਆਂ ਜੇ ਰਹਿੰਦੀਆਂ ਆ ਉਹਨਾਂ ਦੇ ਉੱਪਰ ਤਾਂ MSP ਜਾਰੀ ਰਹੂਗੀ, ਪਰ ਜਿਹੜੇ ਪ੍ਰਾਈਵੇਟ ਖਿਡਾਰੀਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਫਸਲਾਂ ਖਰੀਦਣ ਦਾ ਅਧਿਕਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹਨਾਂ ਦੇ ਉੱਪਰ MSP ਲਾਗੂ ਹੋਊਗੀ ਕਿ ਨਹੀਂ, ਇਹ ਸਰਕਾਰ ਲਿਖ ਕੇ ਦੇਣ ਨੂੰ ਤਿਆਰ ਨਹੀਂ ਹੈ। ਇਹਦੀ ਉਹ ਗੱਲ ਵੀ ਨਹੀਂ ਕਰਦੇ ਅਤੇ ਇਹੀ ਹੈ ਉਹ ਚਲਾਕੀ ਜੋ ਸਰਕਾਰ ਖੇਡ ਰਹੀ ਹੈ। MSP ਨੂੰ ਜੇ ਲਾਗੂ ਕਰਨਾ ਚਾਹੁੰਦੇ ਆ ਤਾਂ ਪ੍ਰਾਈਵੇਟ ਵਾਲਿਆਂ ਦੇ ਉੱਪਰ ਵੀ ਲਾਗੂ ਕਰਨ, ਕਿਉਂਕਿ ਸਾਰੀ ਤਾਕਤ ਘੁੰਮ ਫਿਰ ਕੇ ਪ੍ਰਾਈਵੇਟ ਵਾਲਿਆਂ ਕੋਲ ਹੀ ਜਾਣੀ ਹੈ। ਪਰ ਪ੍ਰਾਈਵੇਟ ਘਰਾਣਿਆਂ ਉੱਪਰ MSP ਲਾਗੂ ਕਰਨ ਦਾ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਅਤੇ ਇੱਥੋਂ ਹੀ ਸਰਕਾਰ ਦੀ ਨੀਤੀ ਅਤੇ ਸੋਚ ਜ਼ਾਹਰ ਹੋ ਜਾਂਦੀ ਹੈ। ਸਰਕਾਰਾਂ ਤੋਂ ਇਲਾਵਾ ਵੀ ਕਿਸਾਨ ਅੰਦੋਲਨ ਵਾਲੇ ਮੁੱਦੇ ਤੋਂ ਭਟਕਾਉਣ ਵਾਲੇ ਹਾਲੇ ਵੀ ਬਹੁਤ ਵੱਡੀ ਗਿਣਤੀ ਲੋਕ ਮੌਜੂਦ ਆ। ਜਿੱਥੇ ਇੱਕ ਪਾਸੇ ਲੋਕ ਕਿਸਾਨ ਅੰਦੋਲਨ ਨਾਲ ਜੁੜ ਰਹੇ ਆ, ਦੂਜੇ ਪਾਸੇ ਕਿਸਾਨ ਅੰਦੋਲਨ ਦੇ ਉੱਪਰ ਸਵਾਲ ਖੜੇ ਕਰਨ ਵਾਲਿਆਂ ਦੀ ਵੀ ਹਾਲੇ ਕਮੀ ਨਹੀਂ, ਉਹ ਵੀ ਆਪਣਾ ਭੰਡੀ ਪ੍ਰਚਾਰ ਲਗਾਤਾਰ ਕਰ ਰਹੇ ਆ। ਬਹੁਤ ਸਾਰੇ ਲੋਕ ਅਤੇ ਮੀਡੀਆ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਕਿਸਾਨਾਂ ਦੇ ਮੁੱਦਿਆਂ ਤੋਂ ਪਰੇ ਹੋ ਕੇ ਨਵੀਂ ਬਣ ਰਹੀ ਪਾਰਲੀਮੈਂਟ ਦੀ ਇਮਾਰਤ ਵੱਲ ਲਗਾਤਾਰ ਧਿਆਨ ਦੇ ਰਹੇ ਆ ਜਾਂ ਧਿਆਨ ਲੋਕਾਂ ਦਾ ਉੱਧਰ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਈ ਚੈਨਲ ਅਜਿਹੇ ਵੀ ਆ ਜੋ ਦੁਨੀਆ ਵਿੱਚ ਵਿਸ਼ਵ ਜੰਗ ਦੀਆਂ ਗੱਲਾਂ ਕਰੀ ਜਾਂਦੇ ਆ ਜਾਂ ਹੋਰ ਇੱਧਰ ਉੱਧਰ ਦੇ ਮੁੱਦੇ ਚੱਕ ਕੇ ਲਗਾਤਾਰ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਇਹ ਸਾਰੇ ਉਹ ਫਜ਼ੂਲ ਦੇ ਮੁੱਦੇ ਆ ਜਿਨ੍ਹਾਂ ਦਾ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਕਿਸਾਨ ਅੰਦੋਲਨ ਇੱਕ ਅਜਿਹਾ ਜ਼ਰੂਰੀ ਮੁੱਦਾ ਆ ਜਿਹਦਾ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਲੈਣਾ ਦੇਣਾ ਆ। ਉਹਦੇ ਉੱਪਰ ਸਭ ਦਾ ਧਿਆਨ ਹੋਣਾ ਚਾਹੀਦਾ, ਪਰ ਉੱਥੋਂ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਹੋ ਰਹੀਆਂ ਨੇ। ਪਾਰਲੀਮੈਂਟ ਦੀ ਨਵੀਂ ਬਣਨ ਵਾਲੀ ਆਲੀਸ਼ਾਨ ਇਮਾਰਤ ਨੇ ਲੋਕਾਂ ਨੂੰ ਰੋਟੀ ਨਹੀਂ ਦੇਣੀ, ਲੋਕਾਂ ਨੂੰ ਰੋਟੀ ਖੇਤੀਬਾੜੀ ਸੈਕਟਰ ਵਿੱਚੋਂ ਕਿਸਾਨੀ ਨੇ ਦੇਣੀ ਹੈ। ਉਧਰ ਧਿਆਨ ਹੋਣਾ ਤੇ ਉਸ ਉੱਪਰ ਚਰਚਾ ਹੋਣੀ ਬੇहद ਜ਼ਰੂਰੀ ਹੈ। ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹਦੇ ਉੱਪਰ ਤਰ੍ਹਾਂ ਦੇ ਇਲਜ਼ਾਮ ਵੀ ਲਗਾਤਾਰ ਲਾਏ ਜਾ ਰਹੇ ਆ ਅਤੇ ਹੁਣ ਵੀ ਲੱਗ ਰਹੇ ਆ। ਪਿਛਲੇ ਐਪੀਸੋਡ ਤੋਂ ਲੈ ਕੇ ਹੁਣ ਤੱਕ ਇਹਨਾਂ ਦਿਨਾਂ ਦੌਰਾਨ ਇੱਕ ਸਵਾਲ ਲਗਾਤਾਰ ਕਿਸਾਨ ਅੰਦੋਲਨ ਉੱਤੇ ਖੜਾ ਕੀਤਾ ਜਾ ਰਿਹਾ ਕਿ ਉੱਥੇ ਮੌਜੂਦ ਕਿਸਾਨਾਂ ਨੂੰ ਜਾਂ ਬਜ਼ੁਰਗਾਂ ਨੂੰ ਇੰਨੀਆਂ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਜਾਂ ਇਹ ਸਹੂਲਤਾਂ ਕਿੱਥੋਂ ਆ ਰਹੀਆਂ, ਫੰਡਿੰਗ ਕਿੱਥੋਂ ਹੋ ਰਹੀ ਆ। ਇਹ ਸਵਾਲ ਬੇहद ਬੇਬੁਨਿਆਦ ਹੈ ਅਤੇ ਇਹਦਾ ਕੋਈ ਸਿਰ ਪੈਰ ਨਹੀਂ। ਅਜਿਹੇ ਲੋਕ ਜੋ ਕਿਸਾਨ ਅੰਦੋਲਨ ਦੇ ਪ੍ਰਤੀ ਦੋਖੀਆਂ ਵਾਲੀ ਸੋਚ ਰੱਖਦੇ ਆ ਜਾਂ ਅੰਦੋਲਨ ਦੀ ਸਫਲਤਾ ਤੋਂ ਸੜਦੇ ਆ, ਉਹਨਾਂ ਵੱਲੋਂ ਲਗਾਤਾਰ ਅਜਿਹੇ ਸਵਾਲ ਖੜੇ ਕੀਤੇ ਜਾ ਰਹੇ ਆ। ਕਿਸਾਨਾਂ ਨੇ ਉੱਥੇ ਆਪਣੇ ਲਈ ਜੋ ਵੀ ਸਮਾਨ ਤਿਆਰ ਕੀਤਾ ਜਾਂ ਜੋ ਵੀ ਸਹੂਲਤਾਂ ਜਾਂ ਜੋ ਵੀ ਉਹਨਾਂ ਦੀ ਮਦਦ ਉੱਥੇ ਪਹੁੰਚ ਰਹੀ ਹੈ ਉਹ ਸਮਾਜ ਸੇਵਕ ਜਥੇਬੰਦੀਆਂ ਵੱਲੋਂ ਪਹੁੰਚਾਈ ਜਾ ਰਹੀ ਹੈ। ਖਾਲਸਾ ਏਡ ਵਰਗੀ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਉੱਤੇ ਜਾਣੀ ਪਛਾਣੀ ਸੰਸਥਾ ਜੇ ਮਦਦ ਕਰਨ ਆਉਂਦੀ ਹੈ ਤਾਂ ਉਹਦੇ ਉੱਪਰ ਵੀ ਭਾਰਤ ਦਾ ਮੀਡੀਆ ਅਤੇ ਭਾਰਤ ਦੇ ਕੁਝ ਸੌੜੀ ਸੋਚ ਵਾਲੇ ਲੋਕ ਲਗਾਤਾਰ ਸਵਾਲ ਖੜੇ ਕਰਦੇ ਆ। ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਜਿਨ੍ਹਾਂ ਲੋਕਾਂ ਨੇ ਆਪ ਜ਼ਿੰਦਗੀ 'ਚ ਕਦੇ ਸੰਘਰਸ਼ ਨਹੀਂ ਕੀਤਾ, ਤਿੱਖੇ ਮੌਸਮਾਂ ਨੂੰ ਨਹੀਂ ਝੱਲਿਆ, ਉਹ ਜੇਕਰ ਇਹੋ ਜਿਹੀਆਂ ਟਿੱਪਣੀਆਂ ਕਰਨ ਤਾਂ ਇਹ ਉਹਨਾਂ ਨੂੰ ਸ਼ੋਭਦਾ ਨਹੀਂ ਅਤੇ ਇਹ ਨਾ ਸ਼ੁਕਰਿਆਂ ਵਾਲੀ ਸੋਚ ਦਾ ਪ੍ਰਗਟਾਵਾ ਹੀ ਕਿਹਾ ਜਾਊਗਾ। ਅੰਦੋਲਨ ਵਿੱਚ ਫੁੱਟ ਪਾਉਣ ਅਤੇ ਅੰਦੋਲਨ ਕਰ ਰਹੇ ਲੋਕਾਂ ਦੀ ਗਲਤੀ ਉਡੀਕੀ ਜਾ ਰਹੀ ਹੈ ਕਿ ਉਹ ਕੁਝ ਮਾੜਾ ਮੋਟਾ ਕੋਈ ਤੱਤਾ ਬਿਆਨ ਦੇਣ ਜਾਂ ਕੋਈ ਮਾੜਾ ਬੋਲ ਬੋਲਣ ਤਾਂ ਸਾਰੇ ਉਹਨਾਂ ਉੱਪਰ ਝਪਟ ਕੇ ਪੈਣ ਨੂੰ ਤਿਆਰ ਬੈਠੇ ਆ। ਪਰ ਅੰਦੋਲਨ ਵਾਲਿਆਂ ਦੀ, ਕਿਸਾਨਾਂ ਦੀ ਇਸ ਗੱਲੋਂ ਸ਼ਾਬਾਸ਼ ਹੈ ਕਿ ਉਹਨਾਂ ਨੇ ਹਾਲੇ ਤੱਕ ਕੋਈ ਵੀ ਅਜਿਹਾ ਮੌਕਾ ਕਿਸੇ ਨੂੰ ਦਿੱਤਾ ਹੀ ਨਹੀਂ ਕਿ ਕੋਈ ਇਹਨਾਂ ਦੇ ਉੱਪਰ ਉਂਗਲ ਕਰ ਸਕੇ। ਬਿਨਾਂ ਮੌਕਾ ਦਿੱਤਿਆਂ ਵੀ ਜੇਕਰ ਕੋਈ ਸਵਾਲ ਖੜੇ ਕਰਦਾ ਹੈ ਤਾਂ ਇਹ ਬਿਨਾਂ ਸਿਰ ਪੈਰ ਦੇ ਸਵਾਲ ਬਾਹਲੇ ਦੇਰ ਟਿਕਣੇ ਨਹੀਂ, ਕਿਉਂਕਿ ਲੋਕ ਲਗਾਤਾਰ ਅੰਦੋਲਨ ਨਾਲ ਜੁੜ ਰਹੇ ਆ ਤੇ ਇਹੀ ਏਕਤਾ ਸਾਰੇ ਲੋਕਾਂ ਦੀ, ਸਾਰੇ ਧਰਮਾਂ ਦੀ ਏਕਤਾ ਜਿਹੜੀ ਹੈ ਇਹ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆਊਗੀ। ਹੁਣ ਇੱਕ ਹੋਰ ਬੇहद ਗੰਭੀਰ ਮੁੱਦਾ, ਜਿਵੇਂ ਕਿ ਮੈਂ ਐਪੀਸੋਡ ਦੇ ਸ਼ੁਰੂ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇੱਕ ਹੋਰ ਬਹੁਤ ਵੱਡੀ ਸਾਜ਼ਿਸ਼ ਕਿਸਾਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੇ ਦਿਨਾਂ ਦੌਰਾਨ ਹੀ ਹੋ ਰਹੀ ਹੈ ਅਤੇ ਪੰਜਾਬ ਵਿੱਚ ਕਈ ਪਿੰਡਾਂ ਵਿੱਚ ਅਸੀਂ ਖੁਦ ਜਾ ਕੇ ਵੇਖੀ ਹੈ। ਇਹ ਜਾਣਕਾਰੀ ਪਹਿਲੀ ਵਾਰ ਕੋਈ ਚੈਨਲ, ਪਹਿਲੀ ਵਾਰ ਕਿਸੇ ਥਾਂ ਤੁਹਾਨੂੰ ਮਿਲੂਗੀ। ਇਹ ਜਾਣਕਾਰੀ ਅਸੀਂ ਤੁਹਾਨੂੰ ਹੁਣ ਦੱਸ ਰਹੇ ਹਾਂ। ਜਿਸ ਵੇਲੇ ਦਿੱਲੀ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕਿਸਾਨੀ ਦਾ ਸੰਘਰਸ਼ ਪੂਰੇ ਦੇਸ਼ ਵਿੱਚ ਛਾਇਆ ਹੋਇਆ, ਠੀਕ ਉਸੇ ਵੇਲੇ ਪੰਜਾਬ ਅੰਦਰ ਪਿੰਡਾਂ ਵਿੱਚ ਕਈ ਥਾਈਂ ਕਿਸਾਨਾਂ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਉੱਤੇ ਕਬਜ਼ੇ ਕਰਨ ਦੀਆਂ, ਨਾਜਾਇਜ਼ ਧੱਕੇ ਨਾਲ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਣ ਲੱਗ ਪਈਆਂ ਨੇ। ਕਾਰਨ ਇਹੀ ਹੈ ਕਿ ਸਾਰਿਆਂ ਦਾ ਧਿਆਨ ਦਿੱਲੀ ਵੱਲ ਹੈ। ਕਿਸਾਨਾਂ ਦਾ ਇੱਕ ਵੱਡਾ ਹਿੱਸਾ ਦਿੱਲੀ ਗਿਆ ਹੋਇਆ, ਮਗਰੋਂ ਉਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੇ ਉੱਪਰ ਕਈ ਲੋਕੀ ਮੈਲੀ ਅੱਖ ਰੱਖਦੇ ਆ ਜਾਂ ਜ਼ਮੀਨਾਂ ਹੱਥ ਆਉਣ ਦੀ ਕੋਸ਼ਿਸ਼ ਕਈ ਚਿਰਾਂ ਤੋਂ ਕਰ ਰਹੇ ਸੀ, ਉਹਨਾਂ ਨੇ ਹੁਣ ਮੌਕਾ ਵੇਖ ਲਿਆ ਕਿ ਇਹ ਮੌਕਾ ਆ ਕਿ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਜਾਣ, ਵੱਟਾਂ ਹਿਲਾਈਆਂ ਜਾਣ, ਕਬਜ਼ੇ ਵਧਾਏ ਜਾਣ। ਇਹ ਇੱਕ ਬਹੁਤ ਵੱਡਾ ਮੁੱਦਾ ਹੈ ਜੋ ਹੁਣ ਤੱਕ ਕਿਸੇ ਨੇ ਨਹੀਂ ਚੁੱਕਿਆ, ਨਾ ਕਿਸੇ ਦੇ ਸਾਹਮਣੇ ਆਇਆ। ਚੁੱਪ ਚੁਪੀਤੇ ਧੱਕੇਸ਼ਾਹੀ ਨਾਲ ਕਿਸਾਨੀ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼
ਹੋ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਕਈ ਥਾਂ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਇਸ ਪਾਸੇ ਵੀ ਸੁਚੇਤ ਰਹਿਣਾ ਪੈਣਾ ਹੈ ਕਿ ਜਿੱਥੇ ਉਹ ਦਿੱਲੀ ਜਾ ਕੇ ਕੇਂਦਰ ਸਰਕਾਰ ਦੇ ਨਾਲ ਮੱਥਾ ਲਾ ਰਹੇ ਆ, ਉੱਥੇ ਪਿੱਛੇ ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੀਆਂ ਜੱਦੀ ਪੁਸ਼ਤੈਨੀ ਜ਼ਮੀਨਾਂ ਉੱਤੇ ਕੋਈ ਕਬਜ਼ਾ ਨਾ ਕਰ ਲਵੇ, ਉਹਨਾਂ ਦੇ ਉੱਪਰ ਕੋਈ ਧੱਕੇ ਨਾਲ ਵੱਟਾਂ ਨਾ ਹਿਲਾਵੇ, ਜ਼ਮੀਨ ਅੱਗੇ ਪਿੱਛੇ ਨਾ ਕਰੇ। ਇਸ ਗੱਲ ਦਾ ਵੀ ਲਗਾਤਾਰ ਧਿਆਨ ਰੱਖਣਾ ਪੈਣਾ, ਸੁਚੇਤ ਰਹਿਣਾ ਪੈਣਾ। ਸਰਕਾਰ ਦੀਆਂ ਨੀਤੀਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਪਿੱਛੇ ਪਿੰਡਾਂ ਵਿੱਚ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਬਚਾਉਣ ਦੀ ਵੀ ਲੋੜ ਹੈ, ਕਿਉਂਕਿ ਉਹਨਾਂ ਉੱਪਰ ਵੀ ਲਗਾਤਾਰ ਹਮਲੇ ਹੋ ਰਹੇ ਆ। ਕਿਉਂਕਿ ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਅੰਦਰ ਜ਼ਮੀਨਾਂ ਤੇ ਕਬਜ਼ੇ ਕਰਨ ਵਾਲਾ ਮਾਫੀਆ ਅਤੇ ਸ਼ਰਾਰਤੀ ਤੱਤ ਲਗਾਤਾਰ ਸਰਗਰਮ ਰਹਿੰਦੇ ਨੇ ਅਤੇ ਹੁਣ ਉਹਨਾਂ ਨੇ ਢੁਕਵਾਂ ਮੌਕਾ ਵੇਖ ਕੇ ਇਨੀ ਦਿਨੀ ਆਪਣੀਆਂ ਕਾਰਵਾਈਆਂ ਆਰੰਭੀਆਂ ਹੋਈਆਂ ਨੇ। ਸੋ ਕਿਸਾਨਾਂ ਦਾ ਇਹ ਸੰਘਰਸ਼ ਲੰਮਾ ਚੱਲਣਾ ਹੈ, ਇਹ ਸਭ ਨੂੰ ਪਹਿਲਾਂ ਹੀ ਪਤਾ ਸੀ। ਲੜਾਈ ਲੰਮੀ ਚੱਲਣੀ ਹੈ ਤੇ ਇਹੀ ਹੁੰਦਾ ਵਿਖਾਈ ਦੇ ਰਿਹਾ ਕਿ ਇਹ ਸੰਘਰਸ਼ ਲੰਮਾ ਚੱਲੂਗਾ, ਕਿਉਂਕਿ ਜਿੰਨੀ ਵੱਡੀ ਲੜਾਈ ਹੁੰਦੀ ਹੈ ਉਨਾ ਹੀ ਉਹ ਲੰਮਾ ਸਮਾਂ ਵੀ ਚੱਲਦੀ ਹੈ। ਅਤੇ ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਵੀ ਕਿਹਾ ਸੀ, ਇਹ ਲੜਾਈ ਸਿਰਫ ਕਿਸਾਨ ਆਪਣੇ ਲਈ ਨਹੀਂ ਲੜ ਰਿਹਾ, ਉਹ ਦੇਸ਼ ਦੇ ਭਵਿੱਖ ਲਈ ਲੜ ਰਿਹਾ। ਇਹ ਅੰਦੋਲਨ ਹੀ ਦੇਸ਼ ਦਾ ਭਵਿੱਖ ਤੈਅ ਕਰੂਗਾ, ਕਿਉਂਕਿ ਇਹ ਦੇਸ਼ ਦੇ ਇਤਿਹਾਸ ਵਿੱਚ ਇੱਕ ਮੋੜਾ ਸਾਬਤ ਜ਼ਰੂਰ ਹੋਊਗਾ। ਅਤੇ ਆਸ ਕਰਦੇ ਹਾਂ ਕਿ ਇਸ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਕਿ ਦੇਸ਼ ਦਾ ਆਉਣ ਵਾਲਾ ਭਵਿੱਖ ਵੀ ਬਹੁਤ ਵਧੀਆ ਸਾਬਤ ਹੋਊਗਾ ਅਤੇ ਇੱਕ ਵਧੀਆ ਕਿਸਮ ਦਾ ਬਦਲਾਅ ਇਹ ਅੰਦੋਲਨ ਲੈ ਕੇ ਆਊਗਾ। ਅੱਜ ਦਾ ਇਹ ਐਪੀਸੋਡ ਜੇ ਚੰਗਾ ਲੱਗਿਆ, ਇਸ ਦੀ ਜਾਣਕਾਰੀ ਠੀਕ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਹੋਰ ਲੋਕਾਂ ਤੱਕ ਫਾਰਵਰਡ ਵੀ ਜ਼ਰੂਰ ਕਰਿਓ ਤੇ ਹੇਠਾਂ ਕਮੈਂਟਸ ਦੇ ਵਿੱਚ ਆਪਣੀ ਰਾਏ ਹਮੇਸ਼ਾ ਵਾਂਗ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਤੁਹਾਡੀ ਦੱਸੀ ਹੋਈ ਰਾਏ, ਤੁਹਾਡੇ ਕਮੈਂਟਸ ਹੀ ਐਪੀਸੋਡ ਨੂੰ ਮੁਕੰਮਲ ਕਰਦੇ ਆ, ਇਸ ਲਈ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਪ੍ਰੋਗਰਾਮ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਕਿਸਾਨ ਅੰਦੋਲਨ ਦੀ ਲਗਾਤਾਰ ਹਮਾਇਤ ਕਰਦੇ ਰਹੋ।